ਅਸੀਂ ਜਾਣਕਾਰ ਵੀ ਮਦਦ ਕੀਤੀ ਜਾਵੇ, ਸਾਡੀ ਸੁਣਾਈ ਹੋ ਰਹੀ ਗਰੀਬ ਲੋਕ। ਮੇਰੀ ਛੋਟੀ ਜਿਹੀ ਬੱਚੀ ਹੈਗੀ, ਸੁਣਾਈ ਨਹੀਂ ਹੋ ਰਹੀ ਸਾਡੀ ਗਰੀਬ। ਕਹਿੰਦੇ ਨੇ ਕਿ ਜਿਹੜਾ ਇੱਕ ਅਧਿਆਪਕ ਹੁੰਦਾ ਹੈ ਸਭ ਤੋਂ ਵੱਡਾ ਗੁਰੂ ਹੁੰਦਾ ਹੈ। ਉਸ ਤੋਂ ਵੱਧ ਕੋਈ ਵੀ ਬੱਚੇ ਦੇ ਬਾਰੇ ਨਹੀਂ ਸੋਚਦਾ। ਇੱਕ ਟੀਚਰ ਹੀ ਹੈ, ਇੱਕ ਅਧਿਆਪਕ ਹੀ ਹੈ ਜੋ ਸੋਚਦਾ ਹੈ ਕਿ ਜਿਹੜਾ ਉਸਦਾ ਵਿਦਿਆਰਥੀ ਹੈ ਉਸ ਤੋਂ ਵੀ ਅੱਗੇ ਹੋਵੇ, ਉਸ ਤੋਂ ਵੀ ਕਾਮਯਾਬ ਹੋਵੇ। ਪਰ ਅੱਜ ਕੱਲ੍ਹ ਸ਼ਾਇਦ ਇਹ ਉਦਾਹਰਨਾਂ ਦੇਖਣ ਨੂੰ ਨਹੀਂ ਮਿਲਦੀਆਂ, ਕਿਉਂਕਿ ਜਿਹੜੇ ਅਧਿਆਪਕ ਨੇ ਉਹੀ ਕਿਤੇ ਨਾ ਕਿਤੇ ਆਪਣੇ ਬੱਚਿਆਂ ਤੇ ਆਪਣੇ ਵਿਦਿਆਰਥੀਆਂ ਤੇ ਗੰਦੀ ਨੀਅਤ ਰੱਖਣ ਲੱਗ ਪਏ ਨੇ। ਅਜਿਹਾ ਹੀ ਮਾਮਲਾ ਜਿਹੜਾ ਹੈ ਉਹ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀਂ ਵੀ हैरान हो जाओगे। मामला है जलालाबाद दा, जी हाँ, जिथे कि एक बच्ची अपने अध्यापक दे कोलों पढ़ रही सी अते अध्यापक जो है बच्ची नूं पढ़ाउण दे बहाने उसदे नाल छेड़छाड़ करन लगा। जलालाबाद दे पिंड पैंदे पिंड ढंडी कदीम विखे एक अध्यापक दे वल्लों घर 'च इकल्ली होण दा फायदा चुक के जो है छेड़छाड़ की गई है। दरअसल लड़की दे जिहड़े माँ बाप सीगे वो रखड़ियां ते गए हुए सी मामे दे घरे अते लड़की घर दे विच इकल्ली सी, जिस दा फायदा टीचर उठाउंदा है अते लड़की दे नाल छेड़छाड़ करदा है। ते हुण जो है पूरा परिवार थाणे दे विच पहुंच चुक्या है ते की कुछ कह रहा है वो तुहानूं सुणाउंदे आ। नाम की है तुहाडा? अंकल राजमोहन कौर। की वाकया है? मैं 10वीं जमात पढ़ती हाँ। पहला साढ़े घरे मास्टर आया तो साढ़े घरे मोटरसाइकिल ठलिया तो मैं स्टडी कर रही सी तो मेरे को पूछा तेरे मम्मा डैडी कित्थे गए हुए ने, तो मैं क्या जवाई वाले गए हुए ने। तो कहते तेरे ब्रदर कित्थे, मैं क्या एक नाल गया हुआ है। कहते छोटा कित्थे, मैं क्या इत्थे खेडदा पिया होना है। तो कहते दादा कित्थे, तो मैं क्या वो भी इत्थे किते होने ने। तो सर चेयर पई सी तो मैं क्या बैठ जाओ, तो सर चेयर छड्ड के ते मेरे मंजे ते बैठ गए, तो मैं भी उत्थे बैठी सी। तो सर उठ के फिर मेरे कोल आ गए तो कहते एक किस दे दो। तो सर मैं उठ गई तो सर मेरे कोल आके मैनू जफ्फी पा ली ने। तो सर फिर मेरे वालों तो खिंच के ते मैनू चक मारिया। सर फिर मैं रोई जा रही सी तो सर फिर वो भज गए। मोटरसाइकिल साढ़े घरे ठल के तो बिजली कार खड़ी सी तो सर वो लैके भज गए। सर नेड़े कोई है ही नहीं सी, मेरी आवाज़ ही नहीं पहुंची उन्होंने तक। अंकल असी पर्चा ही कराना। पर्चा तो हो गया कर रही? नहीं कर रही। असी अरेस्ट कराना चाहते हैं, साड़ी सुनाई नहीं हो रही। सिमरन कौर। की कहना चाहोगे? ਅਸੀਂ ਜਾਣਕਾਰ ਵੀ ਮਦਦ ਕੀਤੀ ਜਾਵੇ, ਸਾਡੀ ਸੁਣਾਈ ਹੋ ਰਹੀ ਗਰੀਬ ਲੋਕ। ਮੇਰੀ ਛੋਟੀ ਜਿਹੀ ਬੱਚੀ ਹੈਗੀ, ਸੁਣਾਈ ਨਹੀਂ ਹੋ ਰਹੀ ਸਾਡੀ ਗਰੀਬ। वाली जी कुड़ी ਨੇ ਬੱਚੀ ਨੇ ਮੈਨੂੰ ਦੱਸਿਆ ਰੋਈ ਜਾਂਦੀ ਸੀ, ਮੈਂ ਆਈ ਹਾਂ ਤੇ ਕਹਿੰਦੀ ਮੰਮਾ ਮੇਰੇ ਨਾਲ ਆ ਘਟਨਾ ਵਾਪਰੀ ਹੈ। ਇਸ ਤਰ੍ਹਾਂ ਜੱਫੀ ਚ ਲਿਆ ਸੀ, ਚੱਕ ਮਾਰੇ ਸੀ, ਵਾਲ ਪੱਟੇ ਸੀ। ਮੰਮੀ ਉੱਥੇ ਹੀ ਮੰਮੀ ਖੜ ਗਈ ਰੋ ਰੋ ਤੇ ਮੰਮੀ ਉੱਥੇ ਬੈਠ ਗਈ ਸੀ। ਫਿਰ ਮੇਰੇ ਪਾਪਾ ਹੋਰੀ ਆਏ, ਫਿਰ ਉਹਨਾਂ ਨੂੰ ਦੱਸਿਆ ਸੀ। ना है जी ਤੁਹਾਡਾ ਤੇ ਕੀ ਪੂਰਾ ਮਸਲਾ ਹੈ? मेरा नाम बलविंदर सिंह है जी। जी मसला है जी ये ਇਹਦੇ ਬਣਵਾਈਏ ਨਾਲ ਸਾਡਾ ਹੈਗਾ, ਅਸੀਂ ਆਉਣ ਜਾਣ ਬਹੁਤ ਇਹਦੇ ਰਾਂਝਾ ਸਰ ਦੇ ਤੇ ਉਹਦੇ ਨਾਲ ਭਜਨ ਸਿੰਘ ਜੀ, ਉਹਦੇ ਨਾਲ ਬਹੁਤ ਨੇੜ ਸੀ। ਉਹਦੇ ਨਾਲ 40 ਸਾਲਾਂ ਤੋਂ ਹੈਗਾ ਸੀ ਸਾਡਾ ਨੇੜ ਜੀ, ਵਡੇਰਿਆਂ ਦਾ। ਫਿਰ ਸਾਡਾ ਫਿਰ ਇਹ ਤੋਂ ਫਿਰ ਆਉਣ ਜਾਣ ਇਹਨਾਂ ਨਾਲ ਹੋ ਗਿਆ ਜੀ। ਇਹਨੂੰ 15 ਸਾਲ ਹੋ ਗਏ ਜੀ ਸਾਡੇ ਘਰੇ ਆਉਂਦੇ ਜਾਂਦੇ ਨੂੰ। ਛੋਟਾ ਸਾਡਾ ਛੋਟਾ ਪਰਿਵਾਰ ਸੀਗਾ ਉਹਦਾ, ਸਾਡੇ ਬੱਚੇ ਵੀ ਇਹਨੇ ਚੱਕ ਤੇ ਕਢਾਏ ਹੋਏ ਨੇ। ਤੇ ਜਦੋਂ ਅਸੀਂ ਇਹਨਾਂ ਨੂੰ 15 ਸਾਲ ਬਹੁਤ ਇਹਨਾਂ ਦੀ ਜਿਵੇਂ ਵੀ ਸੇਵਾ ਹੋਈ ਸਾਡੇ ਕੋਲ ਅਸੀਂ ਕਰਦੇ ਰਹੇ। ਰੋਟੀ ਪਾਣੀ ਚਾਹ ਪਾਣੀ ਸਾਰਾ ਇਹ ਸਰਸੇ ਤੋਂ ਚੱਲਦੇ ਹੀ ਇੱਥੇ ਆਉਂਦੇ ਸੀ ਸਾਡੇ ਕੋਲ। ਵੀ ਉਹ ਤੋਂ ਫੋਨ ਕਰਨਾ ਸਾਗ ਬਣਾ ਛੱਡੋ। ਫਿਰ ਉਹ ਤੋਂ ਬਾਅਦ ਇਹਨਾਂ ਦਾ ਬਹੁਤ ਨੇੜ ਹੋ ਗਿਆ ਸਾਡੇ ਨਾਲ। ਨੇੜ ਹੋਣ ਕਾਰਨ 15 ਸਾਲ ਹੋ ਗਏ ਜੀ। ਫਿਰ ਹੁਣ ਜਿਹੜੀ ਉੱਥੇ ਇਹਨਾਂ ਦੇ ਸੜਕ ਬਣਦੀ ਸੀ, ਪਹਿਲਾਂ ਆਦੇ ਜੀਜੇ ਘਰੇ ਗੱਡੀ ਠਲਦਾ ਸੀਗਾ
ਉਹ ਸੜਕ ਬੰਦੀ ਇਹਦੇ ਜੀਜੇ ਨੇ ਕਿਹਾ ਸੀ ਵੀ ਗੱਡੀ ਬਲਵਿੰਦਰ ਘਰੇ ਚਲਾ ਲੈਣਾ। ਇਹ ਆ ਮੇਰੇ ਕੋਲ ਸਾਡੇ ਘਰੇ 15 ਦਿਨ ਗੱਡੀ ਖੜੀ ਰਹੀ। 15 ਦਿਨ ਬਾਅਦ ਲੈਣ ਆਇਆ 13 ਤਰੀਕ ਨੂੰ ਆਦੀ ਸੱਸ ਨੂੰ ਨਾਲ ਲੈ ਕੇ ਤੇ ਦੀਪ ਸਿੰਘ ਵਾਲੇ ਦਵਾਈ ਲੈਣ ਗਏ ਨੇ ਜੀ। ਦੀਪ ਸਿੰਘ ਵਾਲੇ ਤੋਂ ਹੋ ਕੇ ਫਿਰ ਗੱਡੀ ਬਿਜਲੀ ਘਰ ਨੇ ਰੋਕੀ ਜੀ। ਬਿਜਲੀ ਘਰ ਰੋਕ ਕੇ ਗੱਡੀ ਫਿਰ ਸਾਡੇ ਘਰੇ ਆਏ ਨੇ। ਸਾਡੇ ਘਰੇ ਰਾਤ ਨੂੰ ਬੈਠੇ ਰਹੇ ਨੇ। ਇਹ ਹਰਭਜਨ ਸਿੰਘ ਮੈਂਬਰ ਜਿਹੜਾ ਇਹਨਾਂ ਦਾ ਜੀਜਾ ਹੈ ਉਹ ਵੀ ਸਾਡੇ ਕੋਲ ਬੈਠਾ ਰਿਹਾ ਜੀ। ਫਿਰ ਉਹ ਤੋਂ ਬਾਅਦ ਸਵੇਰੇ ਰਾਤ ਚਲੇ ਗਏ ਨੇ। ਇਹਨਾਂ ਦੀ ਜਿਹੜੀ ਮੰਮੀ ਹੈ ਉਹ ਸਾਡੇ ਕੋਲ ਰਹੀ ਹੈ। ਇਹ ਕਹਿੰਦੇ ਵੀ ਤੂੰ ਉੱਥੇ ਚੱਲ, ਉਹ ਕਹਿੰਦੀ ਮੈਂ ਇਹਨਾਂ ਨਾਲ ਨਹੀਂ ਜਾਣਾ, ਇਹਨਾਂ ਨੂੰ ਕੀੜੇ ਪੈਣ ਦੇ, ਇਹਨਾਂ ਦੋਵੇਂ ਭਰਾ ਮੇਰੀ ਨਹੀਂ ਮੰਨਦੇ, ਮੈਂ ਜਾਣਾ ਸਵੇਰੇ ਇੱਥੋਂ ਹੀ ਚੜ ਜਾਂਦੀ। ਉਹ ਕਹਿੰਦੇ ਸਰਸੇ ਅਸੀਂ ਵੀ ਜਾਣਾ ਹੈ, ਤੈਨੂੰ ਲਈ ਚੱਲਾਂਗੇ। ਕਹਿੰਦੇ ਮੈਂ ਤੁਹਾਡੇ ਨਾਲ ਨਹੀਂ ਜਾਣਾ। ਫਿਰ ਮੈਂ ਸਵੇਰੇ ਮਾਤਾ ਨੂੰ ਚੜਾਉਣ ਗਿਆ ਗੱਡੀ ਤੇ, ਗੱਡੀ ਚੜਾ ਕੇ ਮੈਂ ਵਾਪਸ ਆ ਗਿਆ ਘਰੇ। ਫਿਰ ਉਹ ਤੋਂ ਬਾਅਦ ਮੈਂ ਪਿੰਡ 'ਚ ਗਿਆ। ਇਹ ਅੱਗੂ ਚੱਲਾ ਸੀ ਆਦੀ ਸੱਸ ਨੂੰ ਛੱਡਣ। ਤੇ ਫਿਰ ਇਹਨੇ ਮੈਨੂੰ ਸੱਦਾ, ਗੇਟ ਖੋਲ੍ਹਿਆ, ਘਰੇ ਗਿਆ। ਮੈਨੂੰ ਕਹਿੰਦਾ ਤੁਲਸੀ ਲਈ ਜਾ। ਮੈਂ ਤੁਲਸੀ ਤਾਂ ਮੈਂ ਨਹੀਂ ਲਿਜਾਣੀ, ਮੈਂ 2 ਬੂਟੇ ਦੇ ਦੇ ਮੈਨੂੰ, ਮੈਂ ਵੱਡੀ ਵੀ ਨਹੀਂ ਲਿਜਾਣੀ। ਘਰੇ ਕੋਈ ਪਿੰਡ 'ਚੋਂ ਆ ਜਾਵੇ ਤੇ ਉਹਨੂੰ ਵੀ ਕਹਿੰਦਾ ਵੀ ਫਲਾਣੇ ਘਰ ਤੁਲਸੀ ਹੈਗੀ ਬਲਵਿੰਦਰ ਸਿੰਘ ਆ ਜੀ, ਵੀ ਲੈ ਜਾਓ। ਤੇ ਲੈਣ ਆਵੇਗਾ ਤੇ ਫਿਰ ਉਹ ਤੂੰ ਨਹਾਟ ਤੇ ਜਾਵੇ। ਮੈਂ ਉਹ 2 ਬੂਟੇ ਪੱਟੇ ਨੇ ਤੇ ਮੈਂ ਉਵੇਂ ਇਹ ਬਾਹਰ ਨਿਕਲ ਗਿਆ। ਮੈਂ ਦੂਜਾ ਆਇਆ ਤੇ ਮੈਨੂੰ ਅੱਗੋਂ ਵਿਸ਼ਾਲ ਸਿੰਘ ਟੱਕਰ ਗਏ ਨੇ। ਮੈਂ ਉਹਦੇ ਕੋਲ 10-15 ਮਿੰਟ ਰੁਕਾਂ। ਉਦੋਂ ਬਾਅਦ ਮੈਂ ਘਰੇ ਆਇਆ। ਘਰੇ ਆ ਤੇ ਮੈਂ ਨਹਾ ਕੇ ਉਦੋਂ ਬਾਅਦ ਅਸੀਂ ਜਵਾਏ ਸਿੰਘ ਵਾਲੇ ਚਲੇ ਗਏ ਦੋਵੇਂ ਜੀ। ਤੇ ਇੱਕ ਉਤੋਂ ਰਵੱਈਆ ਜਿਹੜਾ ਹੈਗਾ ਉਹ ਜਦੋਂ ਇਹੋ ਜਿਹਾ ਪ੍ਰਸ਼ਾਸਨ ਅਪਣਾਉਂਦਾ, ਪੁਲਿਸ ਅਪਣਾਉਂਦੀ ਹੈ, ਕੀ ਕਹਿਣਾ ਚਾਹੋਗੇ? ਅਸੀਂ ਸਰ ਜੀ ਇਹ ਕਹਿੰਦੇ ਵੀ ਜੇ ਇਹ ਸਾਡੇ ਨਾਲ ਜੇ ਇਹ ਰੈਸਟ ਨਹੀਂ ਕਰਦੇ ਤਾਂ ਅਸੀਂ ਸਾਰੇ ਜੀਆਂ ਨੇ ਤੇਲ ਸੱਟ ਕੇ ਆਤਮ ਹੱਤਿਆ ਕਰ ਲੈਣੀ। ਇਹਦਾ ਪ੍ਰਸ਼ਾਸਨ ਹੀ ਜ਼ਿੰਮੇਵਾਰ ਹੋਏਗਾ, ਪੁਲਿਸ ਪ੍ਰਸ਼ਾਸਨ ਸਾਰਾ ਜ਼ਿੰਮੇਵਾਰ ਹੋਏਗਾ। ਅਸੀਂ ਇੰਨੇ ਦੁਖੀ ਹੋਏ ਪਏ ਸਰ ਜੀ, ਬਹੁਤ। ਹਾਂਜੀ, ਅਸੀਂ ਇਹ ਕਹਿਣਾ ਚਾਹੁੰਦੇ ਜੀ, ਸਾਡੇ ਨਾਲ ਜਿਹੜੀ ਵਧੀਕੀ ਹੋਈ ਹੈ ਬਹੁਤ, ਜਿਹੜਾ ਪਿਓ ਦੇ ਅੰਦਰ ਵੜ ਨਹੀਂ ਪੈਂਦਾ ਵੀ ਇਹਦੇ ਨਾਲ ਕਿਹੜਾ ਪਾਂਭੜ ਮੱਚ ਰਿਹਾ ਅੱਗ ਦਾ। ਇੰਨਾ ਕੁ ਮੇਰੇ ਦਾ ਦਿਲ 'ਚ ਬਹੁਤ ਪਰੇਸ਼ਾਨ ਹੋਇਆ ਪਿਆ ਸਰ ਜੀ। ਬੜੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਗੁਰੂ ਚੇਲੇ ਦਾ ਜਿਹੜਾ ਰਿਸ਼ਤਾ ਹੈ ਇਸ ਟੀਚਰ ਨੇ ਦਾਗਦਾਰ ਕੀਤਾ ਹੈ ਔਰ ਅਸੀਂ ਇਹਦੀ ਘਟਨਾ ਦੀ ਪੁਰਜ਼ੋਰ ਨਿੰਦਾ ਕਰਦੇ ਹਾਂ। ਔਰ ਬੱਚੀ ਨੂੰ ਇਨਸਾਫ ਦਿਵਾਉਣ ਦੇ ਲਈ ਸਾਡੀ ਐਂਟੀ ਕਰਪਸ਼ਨ ਸੁਸਾਇਟੀ ਜਥੇਬੰਦੀ ਔਰ ਹੋਰ ਜਥੇਬੰਦੀਆਂ ਨੂੰ ਨਾਲ ਲੈ ਕੇ ਜੇਕਰ ਇਹ ਟੀਚਰ ਜਿਹੜਾ ਦੋਸ਼ੀ ਹੈ ਉਹਨੂੰ ਪੁਲਿਸ ਅਰੈਸਟ ਨਹੀਂ ਕਰਦੀ ਤਾਂ ਅਸੀਂ ਜਲਦੀ ਥਾਣਾ ਸਦਰ ਜਿਨ੍ਹਾਂ ਨੇ ਫੜ ਕੇ ਮੁਲਜ਼ਮ ਨੂੰ ਛੱਡਿਆ ਉਹਦੇ ਬੂਹੇ ਦੇ ਅੱਗੇ ਮੁਕੰਮਲ ਤੌਰ 'ਤੇ ਅਸੀਂ ਜਾਮ ਵੀ ਲਾਵਾਂਗੇ ਔਰ ਲੜਕੀ ਨੂੰ ਲੈ ਕੇ ਲੜਕੀ ਦੇ ਪਰਿਵਾਰ ਨੂੰ, ਮਾਂ ਨੂੰ ਉੱਥੇ ਬੈਠ ਜਾਵਾਂਗੇ ਭੁੱਖ ਹੜਤਾਲ 'ਤੇ ਜਿੰਨੀ ਦੇਰ ਤੱਕ ਉਹ ਜਿਹੜਾ ਮੁਜਰਮ ਹੈ ਉਹਨੂੰ ਪੁਲਿਸ ਗ੍ਰਿਫਤਾਰ ਨਹੀਂ ਕਰਦੀ। ਔਰ ਇਹਦੇ 'ਚ ਇੱਕ ਗੱਲ ਹੋਰ ਸਾਹਮਣੇ ਆਈ ਹੈ ਕਿ ਸਦਰ ਦੀ ਕਿਤੇ ਨਾ ਕਿਤੇ ਪੁਲਿਸ ਦੀ ਮਿਲੀ ਭੁਗਤ ਦੇ ਨਾਲ ਹੀ ਸਾਰਾ ਜਿਹੜਾ ਹੈ ਦੋਸ਼ੀ ਛੁੱਟਿਆ ਹੈ। ਫੜ ਕੇ ਛੱਡਣ ਦਾ ਤਾਂ ਮਾਮਲਾ ਨਹੀਂ ਬਣਦਾ। ਇੰਨੇ ਗੰਭੀਰ ਆਰੋਪ ਨੇ ਉਹਦੇ 'ਤੇ, ਨਾਬਾਲਗ ਲੜਕੀ ਦੇ ਨਾਲ ਛੇੜਛਾੜ ਕਰਨਾ, ਉਹਦੇ ਸਰੀਰ 'ਤੇ ਟੱਚ ਕਰਨਾ ਔਰ ਫਿਰ ਇਹਨੂੰ ਫੜ ਕੇ ਛੱਡ ਰਹੀ ਹੈ। ਇਹਦਾ ਮਤਲਬ ਵੀ ਕਿਤੇ ਦਾਲ 'ਚ ਕਾਲਾ ਹੈ। ਸੋ ਅਸੀਂ ਮੰਗ ਕਰਦੇ ਹਾਂ, ਸਾਡੇ SSP ਸਾਹਿਬ ਬਹੁਤ ਵਧੀਆ ਇਨਸਾਫ ਪਸੰਦ ਇਨਸਾਨ ਨੇ ਔਰ ਅੱਛੇ ਆਦਮੀ ਨੇ। ਉਹਨਾਂ ਕੋਲ ਮੰਗ ਕਰਦੇ ਹਾਂ ਕਿ ਜਲਦ ਤੋਂ ਜਲਦ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾਵੇ, ਨਹੀਂ ਤਾਂ ਅਸੀਂ ਬਹੁਤ ਜਲਦੀ ਥਾਣਾ ਸਦਰ ਦੇ ਖਿਲਾਫ ਜਿਹੜਾ ਹੈ ਅਸੀਂ ਅੱਗੇ ਮੁਹਿੰਮ ਛੇੜਾਂਗੇ ਔਰ ਦੋਸ਼ੀ ਨੂੰ ਜਿਹੜਾ ਸਲਾਖਾਂ ਦੇ ਪਿੱਛੇ ਦੇ ਕੇ ਚੁੱਪ ਬੈਠਾਂਗੇ। ਬਿਲਕੁਲ ਜੀ, ਸਾਡੇ ਕੋਲ ਪੁਖਤਾ ਰਿਪੋਰਟ ਸਬੂਤ ਨੇ। ਸਮਾਂ ਆਉਣ 'ਤੇ ਅਸੀਂ ਫੁਟੇਜ ਵਗੈਰਾ ਸਾਡੇ ਜਿਹੜੇ ਮੁੰਡੇ ਸੀ ਇਹਨਾਂ ਦੇ ਪਰਿਵਾਰਕ ਜਿਹੜੇ ਸੱਜਣ ਸੀ ਉਹ ਉਹਨਾਂ ਨੇ ਕੀਤੀਆਂ ਨੇ। ਉੱਥੇ ਹੋਰ ਵੀ ਕਈ ਪੁਖਤਾ ਸਬੂਤ ਨੇ ਸਾਡੇ ਕੋਲ ਵੀ ਫੜ ਕੇ ਛੱਡਿਆ ਗਿਆ ਥਾਣੇ ਦੇ ਵਿੱਚੋਂ, ਉਹ ਵੀ ਅਸੀਂ ਜਾਰੀ ਕਰਾਂਗੇ ਜਲਦੀ। ਅਸੀਂ ਨਹੀਂ ਚਾਹੁੰਦੇ ਵੀ ਇਹ ਟਕਰਾਅ ਹੋਏ ਔਰ ਅਸੀਂ ਇਸ ਪਾਸੇ ਜਾਈਏ ਔਰ ਕੁੜੀ ਨੂੰ ਇਨਸਾਫ ਦਿਵਾਉਣ ਲਈ ਸਾਨੂੰ ਜੋ ਵੀ ਕੁਝ ਕਰਨਾ ਪਿਆ ਅਸੀਂ ਬਿਲਕੁਲ ਕਰਾਂਗੇ ਜੀ।
ਜਿਸ ਤੱਕ ਵੀ ਸਾਨੂੰ ਜਾਣਾ ਪਿਆ ਜਾਵਾਂਗੇ। ਧਰਨੇ ਪ੍ਰਦਰਸ਼ਨ ਰੋਡ ਬਲੌਕ ਕਰਨਾ ਪਿਆ ਲੋਕਾਂ ਦੇ ਗਰੀਬਾਂ ਦੇ ਹੱਕ ਦੇ ਲਈ। ਵੇਖੋ ਇਹ ਗਰੀਬ ਪਰਿਵਾਰ ਏ, ਇਹਨੂੰ ਪਹਿਲਾਂ ਤਾਂ ਲਾਲਚ ਦਿੱਤਾ ਗਿਆ 2 ਲੱਖ ਲੈ ਲੈ, 4 ਲੈ ਲੈ, 5 ਲੈ ਲੈ, ਬੈਠ ਜਾ। ਉਸ ਤੋਂ ਬਾਅਦ ਕੋਈ ਡਰਾਇਆ ਧਮਕਾਇਆ ਵੀ ਗਿਆ ਹੈ, ਨਹੀਂ ਬੈਠਾ ਪਰਿਵਾਰ। ਕੱਲ ਦੇ ਮੇਰੇ ਸੰਪਰਕ 'ਚ ਆਏ ਨੇ ਪਰਿਵਾਰ, ਮੈਂ ਇਹਨਾਂ ਨੂੰ ਕੱਲ ਦਾ ਟਾਈਮ ਦਿੱਤਾ ਸੀ, ਮੈਂ ਕਿਹਾ ਵੀ ਰਾਤ ਤੱਕ ਸੋਚ ਲਓ, ਅਗਰ ਆਪਾਂ ਬੈਠਣਾ ਹੈ ਤਾਂ ਤੁਸੀਂ ਇਹਨੂੰ ਸੋਰਟ ਆਊਟ ਕਰਨਾ ਜਾਂ ਤੁਹਾਡੇ ਤੇ ਕੋਈ ਦਬਾਅ ਵਗੈਰਾ ਆਇਆ ਤਾਂ ਇਹਨਾਂ ਫਿਰ ਸਵੇਰੇ ਫੋਨ ਕੀਤਾ, ਰਾਤ ਵੀ ਕੀਤਾ। ਬਿਲਕੁਲ ਅਸੀਂ ਇਨਸਾਫ ਲਈ ਅਸੀਂ ਗੁਹਾਰ ਲਾਈ ਤੁਹਾਡੇ ਤੱਕ, ਔਰ ਸਾਨੂੰ ਇਨਸਾਫ ਲੈ ਕੇ ਦਿੱਤਾ ਜਾਵੇ। ਔਰ ਮੈਂ ਇਹਨਾਂ ਨਾਲ ਵਾਅਦਾ ਕੀਤਾ ਹੈ ਕਿ ਅਸੀਂ ਉਨੀ ਦੇਰ ਤੱਕ ਬਿਲਕੁਲ ਚੁੱਪ ਨਹੀਂ ਬੈਠਾਂਗੇ ਜਿੰਨੀ ਦੇਰ ਤੱਕ ਸਾਨੂੰ ਇਨਸਾਫ ਨਾ ਇਹਨਾਂ ਨੂੰ ਮਿਲਿਆ। ਔਰ ਫਿਰ ਦੁਬਾਰਾ ਤੁਹਾਡੇ ਜ਼ਰੀਏ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦੇ ਹਾਂ ਵੀ ਜਲਦ ਤੋਂ ਜਲਦ ਆਰੋਪੀ ਨੂੰ ਗ੍ਰਿਫਤਾਰ ਕੀਤਾ ਜਾਏ, ਨਹੀਂ ਤਾਂ ਅਸੀਂ ਵਿਰੋਧ ਪ੍ਰਦਰਸ਼ਨ ਬਿਲਕੁਲ ਵੱਡੇ ਲੈਵਲ 'ਤੇ ਇੱਥੇ ਜਲਾਲਾਬਾਦ ਕਰਾਂਗੇ ਔਰ ਅਣਮਿੱਥੇ ਸਮੇਂ ਲਈ ਜਿਹੜਾ ਹਾਈਵੇ ਰੋਡ ਵੀ ਜਾਮ ਅਸੀਂ ਕਰ ਸਕਦੇ। ਜੀ ਸਰ, ਇਹ ਕੀ ਮਾਮਲਾ ਪੂਰਾ? ਇਹਨਾਂ ਦੀ ਮੁਕੱਦਮਾ ਨੰਬਰ 107 ਮਿਤੀ 22/8/2021 ਨੂੰ ਦਰਜ ਕੀਤਾ ਗਿਆ ਰਜਵੰਤ ਕੌਰ ਦੇ ਬਿਆਨ ਤੇ। ਰਜਵੰਤ ਕੌਰ ਪੁੱਤਰੀ ਬਲਵਿੰਦਰ ਸਿੰਘ ਵਾਸੀ ਢਾਂਡੀ ਕਦੀਮ, ਤੇ ਉਹਨਾਂ ਦੇ ਪਿੰਡ ਦਾ ਸੀਗਾ ਦੂਜਾ ਮਾਸਟਰ ਰਾਂਝਾ ਰਾਮ, ਤੇ ਉਹਨੇ ਲੜਕੀ ਨਾਲ ਛੇੜਛਾੜ ਕੀਤੀ ਸੀ। 354 ਪਾਸਕੋ ਐਕਟ ਦਾ ਪਰਚਾ ਉਹਦੇ ਖਿਲਾਫ ਦਰਜ ਕੀਤਾ ਗਿਆ ਤੇ ਆਰੋਪੀ ਦੀ ਭਾਲ ਲਈ ਟੀਮਾਂ ਭੇਜੀਆਂ, ਜਲਦੀ ਉਹਨੂੰ ਗ੍ਰਿਫਤਾਰ ਕੀਤਾ ਜਾਵੇ। ਇਹ ਜੀ ਜਿਹੜਾ ਆਰੋਪੀ ਮਾਸਟਰ ਹੈਗਾ, ਇਹ ਕਿੱਥੇ ਜੌਬ ਕਰਦਾ ਸੀ? ਸਰਕਾਰੀ ਟੀਚਰ ਹੈ? ਇਹ ਸਰਕਾਰੀ ਟੀਚਰ ਹੈ ਜੀ, ਤੇ ਜੀਰਾ ਏਰੀਏ ਦੇ ਵਿੱਚ ਕਰਦਾ ਜੋਬ। ਜੀਰਾ ਏਰੀਆ? ਹਾਂਜੀ, ਜੀਰਾ ਜੀ। ਭਾਲ ਕੀਤੀ ਜਾ ਰਹੀ ਆਰੋਪੀ? ਹਾਂ, ਭਾਲ ਕੀਤੀ ਜਾ ਰਹੀ ਹੈ ਜੀ। ਠੀਕ।